प्यारे विद्यार्थियों, प्यार भरी सत श्री अकाल। मैं रमनीक सिंह, लैक्चरर फिजिक्स, सरकारी सीनियर सैकेंडरी स्कूल अरनीवाला, शेख सुभान फाजिलका। बेटे जिहड़ा अज का टॉपिक अपना हैगा वो अपने कोल की है फोर्स, इनर्शिया एंड न्यूटन्स फर्स्ट लॉ ऑफ मोशन। लो बेटे आप डिस्कस करते हैं। वट इज़ फोर्स? मतलब बल। बल अपने कोले की है, फोर्स अपने कोल की है। देखो बेटे, बल एक खिच या धक्का है ਜਿਹੜਾ ਜਦੋਂ ਕਿਸੇ ਵਸਤੂ ਦੇ ਉੱਪਰ ਅਪਲਾਈ ਕੀਤਾ ਜਾਂਦਾ ਹੈ ਤਾਂ ਉਹ ਉਸ ਵਸਤੂ ਦੀ ਸਥਿਤੀ ਨੂੰ ਵਿਰਾਮ ਅਵਸਥਾ ਤੋਂ ਗਤੀ ਅਵਸਥਾ ਵਿੱਚ ਲੈ ਕੇ ਆ ਸਕਦਾ ਹੈ, ਗਤੀ ਅਵਸਥਾ ਤੋਂ ਵਿਰਾਮ ਅਵਸਥਾ ਵਿੱਚ ਲੈ ਕੇ ਆ ਸਕਦਾ ਹੈ ਅਤੇ ਉਸ ਵਸਤੂ ਦੀ ਦਿਸ਼ਾ ਨੂੰ ਚੇਂਜ ਕਰ ਸਕਦਾ ਹੈ, ਸ਼ੇਪ ਨੂੰ ਚੇਂਜ ਕਰ ਸਕਦਾ ਹੈ ਜਾਂ ਚੇਂਜ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਦੇਖੋ ਬੇਟੇ, ਇਹ ਸ਼ਬਦ ਮੈਂ ਕਿਉਂ ਵਰਤਿਆ ਕੋਸ਼ਿਸ਼ ਕਰ ਸਕਦਾ? ਜਦੋਂ ਅਸੀਂ ਬਲ ਕਿਸੇ ਵਸਤੂ ਦੇ ਉੱਪਰ ਲਗਾਈਏ ਜਿਹੜਾ ਉਸ ਵਸਤੂ ਨੂੰ ਮੂਵ ਕਰਨ ਲਈ ਸਫੀਸ਼ੀਐਂਟ ਨਾ ਹੋਵੇ ਤਾਂ ਵਸਤੂ ਮੂਵ ਨਹੀਂ ਕਰੇਗੀ, ਪਰ ਬਲ ਤਾਂ ਲੱਗਿਆ। ਜਿਵੇਂ ਆਪਾਂ ਆਪਣੇ ਕਮਰੇ ਦੀ ਦੀਵਾਰ ਦੇ ਉੱਪਰ ਜੇ ਅਸੀਂ ਬਲ ਲਗਾਈਏ ਤਾਂ ਕੰਧ ਹੈ ਜਿਹੜੀ ਉਹ ਗਤੀਜ ਅਵਸਥਾ ਵਿੱਚ ਨਹੀਂ ਆਏਗੀ, ਬਟ ਫੋਰਸ ਤਾਂ ਲੱਗਿਆ। ਸੋ ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਫੋਰਸ ਆਪਣੇ ਕੋਲੇ ਕੀ ਹੈ, ਇਹ ਆਪਣੇ ਕੋਲੇ ਇੱਕ ਖਿੱਚ ਜਾਂ ਧੱਕਾ ਹੈ। ਸੋ it is a push or a pull which when applied on a body can change or tends to change its state of rest, state of motion, state of direction or even can change the shape of the body। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ। ਸੋ ਆਪਾਂ ਨੂੰ ਇਹ ਗੱਲ ਕਲੀਅਰ ਹੋ ਗਈ ਵੀ ਫੋਰਸ ਜਾਂ ਬਲ ਆਪਣੇ ਕੋਲ ਕੀ ਹੈ, ਇਹ ਇੱਕ ਪੁਸ਼ ਜਾਂ ਪੁੱਲ ਹੈ। ਪੁਸ਼ ਦੇਖੋ ਬੇਟੇ, ਆ ਡਾਇਗਰਾਮ ਦੇ ਵਿੱਚ ਆਪਣੇ ਕੋਲ ਸ਼ੋ ਕੀਤਾ ਹੈ, ਪੁੱਲ ਮੈਨੇ ਖਿੱਚਣਾ, ਪੁਸ਼ ਮੈਨੇ ਧੱਕਣਾ। ਠੀਕ ਹੈ ਜੀ। ਟਾਈਪਸ ਆਫ ਫੋਰਸਿਸ, ਬਲ ਹੈ ਜਿਹੜਾ ਉਹ ਬੜੀ ਤਰ੍ਹਾਂ ਦਾ ਹੈ, ਜਿਹੜੇ ਹੁਣ ਅਲੱਗ-ਅਲੱਗ ਸਿਚੁਏਸ਼ਨ ਦੇ ਅਕੋਰਡਿੰਗਲੀ ਅਲੱਗ-ਅਲੱਗ ਕੈਟੇਗਰਾਈਜ਼ ਕੀਤਾ ਜਾ ਸਕਦਾ। ਬਟ ਆਪਣੀ ਸਿਚੁਏਸ਼ਨ ਦੇ ਅਕੋਰਡਿੰਗਲੀ ਜੇ ਆਪਾਂ ਸਲਾਈਡ ਦੇ ਅਕੋਰਡਿੰਗਲੀ ਦੇਖੀਏ ਤਾਂ ਆਪਾਂ ਦੋ ਤਰ੍ਹਾਂ ਦੇ ਬਲ ਦੀ ਗੱਲ ਕਰ ਰਹੇ ਹਾਂ, ਇੱਕ ਕੰਟੈਕਟ ਫੋਰਸ ਅਤੇ ਇੱਕ ਨਾਨ ਕੰਟੈਕਟ ਫੋਰਸ। ਕੰਟੈਕਟ ਫੋਰਸ ਦੇਖੋ ਬੇਟੇ ਕੀ ਹੈ। ਕੰਟੈਕਟ ਫੋਰਸ, ਕੰਟੈਕਟ ਫੋਰਸ ਦਾ ਮਤਲਬ ਹੈ ਜਦੋਂ ਇੱਕ ਵਸਤੂ ਦੇ ਸੰਪਰਕ ਦੇ ਵਿੱਚ ਆ ਕੇ ਉਸ ਦੇ ਉੱਪਰ ਬਲ ਲਗਾਇਆ ਜਾਂਦਾ। ਜਿਵੇਂ ਦੇਖੋ ਮਸਕੂਲਰ ਮਤਲਬ ਪੱਠਿਆਂ ਦਾ ਬਲ, ਤਾਕਤ ਜਿਹੜੀ ਇੱਕ ਮਨੁੱਖ ਦੀ ਤਾਕਤ। ਦੇਖੋ ਇਹ ਜਿਹੜੇ ਦੋ ਆਦਮੀ ਹੈ ਇੱਕ ਬਲੋਕ ਨੂੰ ਕੀ ਕਰ ਰਹੇ ਆ ਬੇਟੇ, ਆਪਣੇ ਹੱਥਾਂ ਦੀ ਸਹਾਇਤਾ ਦੇ ਨਾਲ ਸੰਪਰਕ ਦੇ ਵਿੱਚ ਆ ਕੇ ਉਹਨੂੰ ਖਿੱਚ ਰਹੇ ਹੈ ਜਾਂ ਧੱਕ ਰਹੇ ਹੈ। ਠੀਕ ਹੈ ਜੀ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਕੰਟੈਕਟ ਫੋਰਸਿਸ ਸਾਰੀਆਂ ਕੀ ਹੈ, ਜਦੋਂ ਦੋ ਵਸਤੂਆਂ, ਠੀਕ ਹੈ ਜੀ, ਜਿਨ੍ਹਾਂ ਦੇ ਉੱਪਰ ਇੱਕ ਬਲ ਲਗਾਉਣ ਵਾਲੀ ਵਸਤੂ ਅਤੇ ਦੂਸਰੀ ਜਿਸ ਦੇ ਉੱਪਰ ਬਲ ਲੱਗ ਰਿਹਾ, ਜਦੋਂ ਉਹ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਆਉਂਦੇ ਹੈ ਤਾਂ ਉਸ ਸਮੇਂ ਹੀ ਆਪਣੇ ਕੋਲ ਕੀ ਬਣਦਾ ਹੈਗਾ, ਕੰਟੈਕਟ ਫੋਰਸਿਸ ਹੈ ਜਿਹੜੀਆਂ ਉਹ ਆਉਂਦੀਆਂ। ਜਿਵੇਂ ਇੱਕ ਐਗਜ਼ਾਮਪਲ ਦੇਖੋ, ਸੈਕਿੰਡ ਐਗਜ਼ਾਮਪਲ ਲਈ ਹੋਈ ਹੈ ਫ੍ਰਿਕਸ਼ਨਲ ਫੋਰਸ, ਰਗੜ ਬਲ। ਦੇਖੋ ਜਦੋਂ ਇੱਕ ਬਾਕਸ ਇੱਕ ਸਰਫੇਸ ਦੇ ਉੱਪਰ ਪਿਆ ਤਾਂ ਉਹਦਾ ਥੱਲੇ ਵਾਲਾ ਹਿੱਸਾ ਜਿਹੜਾ ਸਰਫੇਸ ਦਾ, ਉਹ ਬਾਕਸ ਦਾ ਧਰਤੀ ਦੇ ਜਾਂ ਉਸ ਸਰਫੇਸ ਜਿਹੜਾ ਗ੍ਰੀਨ ਸ਼ੋ ਕੀਤਾ ਗਿਆ ਉਹਦੇ ਕੰਟੈਕਟ ਦੇ ਵਿੱਚ ਹੈ। ਠੀਕ ਹੈ ਜੀ। ਇਸ ਤਰ੍ਹਾਂ ਦੇ ਬਲ ਨੂੰ ਆਪਾਂ ਕੀ ਕਹਿੰਦੇ ਹਾਂ, ਕੰਟੈਕਟ ਫੋਰਸ। ਨਾਨ ਕੰਟੈਕਟ ਫੋਰਸ ਆਪਣੇ ਕੋਲ ਕਿਹੜੇ ਹੈ ਬੇਟੇ, ਜਦੋਂ ਆਪਣੇ ਕੋਲ ਕੀ ਹੈ, ਦੋ ਵਸਤੂਆਂ ਜਿਹੜੀਆਂ ਜਿਸ ਦੇ ਜਿਹੜੀ ਇੱਕ ਬਲ ਲਗਾਉਣ ਵਾਲੀ ਵਸਤੂ ਅਤੇ ਇੱਕ ਜਿਸ ਦੇ ਉੱਪਰ ਬਲ ਲੱਗ ਰਿਹਾ, ਉਹ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਨਾ ਹੋਣ। ਜਿਵੇਂ ਐਗਜ਼ਾਮਪਲ ਦਿੱਤੀ ਹੈ ਮੈਗਨੇਟ। ਮੈਗਨੇਟ ਕੀ ਕਰਦਾ ਬੇਟੇ, ਲੋਹੇ ਦੀਆਂ ਕਿੱਲਾਂ ਨੂੰ ਆਪਦੇ ਵੱਲ ਅਟਰੈਕਟ ਕਰ ਲੈਂਦਾ, ਪਰ ਉਹ ਦੂਰੋਂ ਹੀ ਅਟਰੈਕਟ ਕਰ ਲੈਂਦਾ, ਨਾਲ ਲਗਾਉਣ ਦੀ ਲੋੜ ਨਹੀਂ ਪੈਂਦੀ। ਇਹਦਾ ਮਤਲਬ ਬਲ ਦੂਰੋਂ ਹੀ ਆਪਣੇ ਕੋਲ ਲੱਗ ਗਿਆ। ਜਾਂ ਆਪਣੇ ਕੋਲ ਐਗਜ਼ਾਮਪਲ ਲਈ ਹੋਈ ਹੈ ਇਲੈਕਟ੍ਰੋਸਟੈਟਿਕ। ਜਦੋਂ ਆਪਾਂ ਇੱਕ ਕੰਘੇ ਨੂੰ ਖੁਸ਼ਕ ਵਾਲਾਂ ਦੇ ਨਾਲ ਰਗੜਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਛੋਟੇ ਛੋਟੇ ਕਾਗਜ਼ ਦੇ ਟੁਕੜਿਆਂ ਦੇ ਕੋਲ ਲੈ ਕੇ ਜਾਂਦੇ ਹਾਂ ਤਾਂ ਦੂਰੋਂ ਹੀ ਉਹਨਾਂ ਨੂੰ ਕੀ ਕਰ ਲੈਂਦਾ, ਕਾਗਜ਼ ਦੇ ਟੁਕੜਿਆਂ ਨੂੰ ਆਪਣੇ ਵੱਲ ਖਿੱਚ ਲੈਂਦਾ। ਠੀਕ ਹੈ ਜੀ। ਇਸ ਕਰਕੇ ਆਪਾਂ ਕੀ ਕਹਾਂਗੇ, ਇੱਥੇ ਜਿਹੜਾ ਬਲ ਹੈ ਉਹ ਦੂਰੋਂ ਹੀ ਲੱਗ ਗਿਆ। ਉਹ ਇਸ ਤਰ੍ਹਾਂ ਦੇ ਫੋਰਸ ਨੂੰ ਆਪਾਂ ਕੀ ਕਹਿੰਦੇ, ਨਾਨ ਕੰਟੈਕਟ ਫੋਰਸਿਸ, ਜਿਹੜੇ ਦੂਰੋਂ ਹੀ ਲੱਗ ਜਾਂਦੇ ਆ। ਫੋਰਸ ਐਕਸਪੀਰੀਅੰਸਡ ਬਾਈ ਦੀ ਬਾਡੀ ਈਵਨ ਇਫ ਦੇ ਆਰ ਨਾਟ ਇਨ ਫਿਜ਼ੀਕਲ ਕੰਟੈਕਟ ਵਿਦ ਈਚ ਅਦਰ ਆਰ ਕਾਲਡ ਨਾਨ ਕੰਟੈਕਟ ਫੋਰਸਿਸ। ਜਿਵੇਂ ਇੱਥੇ ਐਗਜ਼ਾਮਪਲ ਲਈਏ ਮੈਗਨੈਟਿਕ ਫੋਰਸ, ਇਲੈਕਟ੍ਰੋਸਟੈਟਿਕ ਫੋਰਸ ਐਂਡ ਗ੍ਰੈਵੀਟੇਸ਼ਨਲ ਫੋਰਸ, ਧਰਤੀ ਦੁਆਰਾ ਲਗਾਇਆ ਜਾਣ ਵਾਲਾ ਬਲ।
ठीक है जी। ਜਦੋਂ ਕੋਈ ਵਸਤੂ ਹਵਾ ਦੇ ਵਿੱਚ ਆਪਾਂ ਉੱਪਰ ਸੁੱਟਦੇ ਹਾਂ ਤਾਂ ਧਰਤੀ ਦੇ ਕੇਂਦਰ ਵੱਲ ਮੂਵ ਕਰਦੀ ਹੈ, ਪਰ ਇਨ ਬਿਟਵੀਨ ਆਪਣੇ ਕੋਲ ਦੋਵਾਂ ਦਾ ਕੋਈ ਸੰਪਰਕ ਨਹੀਂ ਹੁੰਦਾ। ਠੀਕ ਹੈ ਜੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਦੋ ਤਰ੍ਹਾਂ ਦੇ ਫੋਰਸਿਸ ਬਾਰੇ ਆਪਾਂ ਡਿਸਕਸ ਕਰ ਲਿਆ, ਕੰਟੈਕਟ ਫੋਰਸ ਐਂਡ ਨॉन ਕੰਟੈਕਟ। ਨੈਕਸਟ ਦੇਖੋ ਬੇਟੇ, ਬੈਲੈਂਸਡ ਐਂਡ ਅਨਬੈਲੈਂਸਡ ਫੋਰਸਿਸ। ਬੈਲੈਂਸ ਦਾ ਮਤਲਬ ਕੀ ਹੈ ਬੇਟੇ? ਜਦੋਂ ਕਿਸੇ ਵਸਤੂ ਦੇ ਉੱਪਰ ਦੋ ਜਾਂ ਦੋ ਤੋਂ ਵੱਧ ਫੋਰਸਿਸ ਲੱਗ ਰਹੀਆਂ ਹੋਣ, ਪਰ ਇਸ ਤਰੀਕੇ ਨਾਲ ਲੱਗਣ ਕਿ ਉਹਦਾ ਨੈਟ ਇਫੈਕਟ ਕੀ ਹੋਵੇ? ਜ਼ੀਰੋ ਹੋਵੇ। ਜਿਵੇਂ ਮੰਨ ਲਓ ਆਹ ਡਾਇਗਰਾਮ ਦੇ ਵਿੱਚ ਆਪਣੇ ਕੋਲ ਕੀ ਹੈ, ਦੋ ਪਰਸਨ ਹੈ ਜਿਹੜੇ ਇੱਕ ਬਲੋਕ ਨੂੰ ਧੱਕਾ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਜੇਕਰ ਦੋਵੇਂ ਬਰਾਬਰ ਮਾਤਰਾ ਦੇ ਵਿੱਚ ਧੱਕਾ ਲਗਾਉਣ ਪਰ ਉਲਟ ਦਿਸ਼ਾ ਦੇ ਵਿੱਚ, ਤਾਂ ਉਹ ਬਲ ਦਾ ਪ੍ਰਭਾਵ ਕੀ ਹੋਏਗਾ? ਇੱਕ ਦੂਸਰੇ ਨੂੰ ਖ਼ਤਮ ਕਰ ਲਵੇਗਾ, ਕਿਉਂਕਿ ਜਿਹੜਾ ਬਲ ਹੈ ਉਹ ਇੱਕ ਵੈਕਟਰ ਕੁਆਂਟਿਟੀ ਹੈ। ਫੋਰਸ ਹੈ ਜਿਹੜਾ ਆਪਣੇ ਕੋਲ, ਇਟ ਇਜ਼ ਏ ਵੈਕਟਰ ਕੁਆਂਟਿਟੀ। ਸੋ ਵੈਨ two or more than two forces are acting on a body in such a way that their net effect is zero, then such type of the forces are called balanced forces। ठीक है जी। जिमें इत्थे देखो एग्जाम्पल ली गई है, दो परसन है ਜਿਹੜੇ ਆਪਣੇ ਕੋਲ ਟਗ ਆਫ ਵਾਰ ਰੱਸਾ ਕਸੀ ਹੈ ਜਿਹੜੀ ਉਹ ਕਰ ਰਹੇ ਹੈ। ਗ੍ਰੀਨ ਐਰੋ ਸ਼ੋ ਕਰ ਰਿਹਾ ਗ੍ਰੀਨ, ਇਸ ਪਰਸਨ ਦਾ ਵੇਖੋ ਅਪੋਜ਼ਿਟ ਡਾਇਰੈਕਸ਼ਨ 'ਚ ਹੈ, ਇਹ ਦੋਵੇਂ ਅਪੋਜ਼ਿਟ ਡਾਇਰੈਕਸ਼ਨ 'ਚ ਫੋਰਸ ਲਗਾ ਰਹੇ ਹੈ। ਬਟ ਜੇਕਰ ਰੋਪ ਹੈ ਜਿਹੜੀ ਉਹ ਸੈਂਟਰ ਤੋਂ ਮੂਵ ਨਹੀਂ ਕਰ ਰਹੀ, ਤਾਂ ਇਹਦਾ ਮਤਲਬ ਫੋਰਸ ਕਿਸ ਤਰ੍ਹਾਂ ਦੀ ਹੈ? ਬੈਲੈਂਸਡ। ਠੀਕ ਹੈ ਜੀ। ਸੈਕਿੰਡ ਐਗਜ਼ਾਮਪਲ ਦੇਖੋ, ਅਨਬੈਲੈਂਸਡ ਫੋਰਸ। ਅਨਬੈਲੈਂਸਡ ਕੀ ਹੈ? ਜਿਹਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਫੋਰਸ ਕਿਸੇ ਬਾਡੀ ਦੇ ਉੱਪਰ ਜਾਂ ਇੱਕ ਪੁਆਇੰਟ ਦੇ ਉੱਪਰ ਲੱਗਦੀਆਂ, ਪਰ ਉਹ ਇਸ ਤਰੀਕੇ ਨਾਲ ਲੱਗਦੀਆਂ ਕਿ ਉਹਨਾਂ ਦਾ ਨੈੱਟ ਪ੍ਰਭਾਵ ਹੈ, ਜਿਹੜਾ ਨੈੱਟ ਇਫੈਕਟ ਹੈ, ਉਹ ਜ਼ੀਰੋ ਨਹੀਂ ਹੁੰਦਾ। ਇੱਕ ਦਿਸ਼ਾ ਦੇ ਵਿੱਚ ਵੱਧ ਫੋਰਸ ਲੱਗਦੀ ਹੈ, ਦੂਸਰੀ ਦਿਸ਼ਾ ਦੇ ਵਿੱਚ ਘੱਟ ਫੋਰਸ ਲੱਗਦੀ ਹੈ, ਜਿਹਦੇ ਕਰਕੇ ਵਸਤੂਆਂ ਕੀ ਕਰਦੀਆਂ? ਇੱਕ ਖਾਸ ਦਿਸ਼ਾ ਦੇ ਵਿੱਚ ਮੂਵ ਕਰਦੀਆਂ। ਜਿਵੇਂ ਆਪਣੇ ਕੇਸ ਦੇ ਵਿੱਚ ਦੇਖੋ, ਇੱਕ ਛਕੜਾ ਹੈ ਜਾਂ ਗੱਡਾ ਹੈ ਜਿਹਦੇ ਉੱਪਰ ਆਪਣੇ ਕੋਲ ਬਾਕਸਿਸ ਵੁਡਨ ਬਲੋਕ ਰੱਖੇ ਹੋਏ ਹੈ। ਠੀਕ ਹੈ ਜੀ। ਇਹਦੇ ਉੱਪਰ ਇੱਕ ਸਾਈਡ ਤੋਂ ਸਮਾਲ ਫੋਰਸ ਲੱਗ ਰਹੀ ਹੈ 40 ਨਿਊਟਨ ਦੀ, ਦੂਸਰੀ ਸਾਈਡ ਤੋਂ ਲੱਗ ਰਹੀ ਹੈ 80 ਨਿਊਟਨ। ਬੋਥ ਆਰ ਐਕਟਿੰਗ ਇਨ ਦੀ ਅਪੋਜ਼ਿਟ ਡਾਇਰੈਕਸ਼ਨ, so they will subtract each other, so net movement will be in the direction of 80 ਨਿਊਟਨ। ਠੀਕ ਹੈ ਜੀ। ਇਸ ਤਰ੍ਹਾਂ ਦੀਆਂ ਫੋਰਸਿਸ ਜਿਹੜੀਆਂ ਕਿ ਜਦੋਂ ਕਿਸੇ ਵਸਤੂ ਦੇ ਉੱਪਰ ਲੱਗਦੀਆਂ ਹੈ ਤਾਂ ਉਹਨਾਂ ਦਾ ਨੈਟ ਇਫੈਕਟ ਹੈ ਜਿਹੜਾ ਉਹ ਇੱਕ ਖਾਸ ਦਿਸ਼ਾ ਦੇ ਵਿੱਚ ਜਿਹੜਾ ਉਹ ਮੋਸ਼ਨ ਨੂੰ ਪ੍ਰੋਡਿਊਸ ਕਰਦਾ ਹੈ। ਸੱਚ ਟਾਈਪ ਆਫ ਦੀ ਫੋਰਸਿਸ ਆਰ ਕਾਲਡ ਅਨਬੈਲੈਂਸਡ ਫੋਰਸਿਸ। ਕਲੀਅਰ ਹੈ ਜੀ। ਸੋ ਦੇयर ਆਰ ਟੂ ਟਾਈਪ ਆਫ ਦੀ ਫੋਰਸਿਸ, ਬੈਲੈਂਸਡ ਐਂਡ ਅਨਬੈਲੈਂਸਡ। ਇਨ ਕੇਸ ਆਫ ਦੀ ਬੈਲੈਂਸਡ ਫੋਰਸਿਸ, two or more than two forces act in such a manner that their net effect is zero. But in case of unbalanced forces, two or more than two forces acts on a body in such a manner that their net effect is not zero and there is a motion in a particular direction। ठीक है बेटे। लो नैक्सट ਆਪਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਆਪਾਂ ਡਿਸਕਸ ਕਰਦੇ ਹਾਂ, ਮੇਨ ਅਨਰਸ਼ੀਆ, ਜਟਿਲਤਾ। ਅਨਰਸ਼ੀਆ ਦਾ ਮਤਲਬ ਕੀ ਹੈ? ਇਟ ਇਜ਼ ਦੀ ਇਨਐਬਿਲਿਟੀ ਆਫ ਦੀ ਬਾਡੀ ਟੂ ਚੇਂਜ ਇਟਸ ਸਟੇਟ ਆਫ ਰੈਸਟ, ਮੋਸ਼ਨ ਔਰ ਡਾਇਰੈਕਸ਼ਨ ਬਾਏ ਇਟਸੈਲਫ। ਠੀਕ ਹੈ ਜੀ। ਦੈਟ ਇਜ਼ ਵਿਦਾਊਟ ਦੀ ਐਪਲੀਕੇਸ਼ਨ ਆਫ ਐਕਸਟਰਨਲ ਅਨਬੈਲੈਂਸਡ ਫੋਰਸ। ਦੇਖੋ ਬੇਟੇ ਇੱਥੇ ਜਿਹੜਾ ਆਪਾਂ ਸ਼ਬਦ ਵਰਤਿਆ ਹੈ ਅਨਬੈਲੈਂਸਡ, ਕਿਉਂਕਿ ਜੇ ਬੈਲੈਂਸ ਫੋਰਸ ਲੱਗ ਰਹੀ ਹੈ ਤਾਂ ਉਹਦਾ ਨੈਟ ਇਫੈਕਟ ਜ਼ੀਰੋ ਹੀ ਹੈ। ਉਹ ਫੋਰਸ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ, ਕਿਉਂਕਿ ਉਹਨੇ ਗਤੀ ਤਾਂ ਪੈਦਾ ਨਹੀਂ ਕਰਨੀ। ਠੀਕ ਹੈ ਜੀ। ਇਸ ਕਰਕੇ ਆਪਾਂ ਕੀ ਕਿਹਾ ਵੀ ਅਨਰਸ਼ੀਆ ਕੀ ਹੈ? ਕਿਸੇ ਵਸਤੂ ਦੀ ਆਪਣੀ ਪੋਜੀਸ਼ਨ ਨੂੰ ਚੇਂਜ ਨਾ ਕਰ ਪਾਉਣਾ, ਆਪਣੀ ਗਤੀ ਨੂੰ ਚੇਂਜ ਨਾ ਕਰ ਪਾਉਣਾ, ਆਪਣੀ ਡਾਇਰੈਕਸ਼ਨ ਨੂੰ ਚੇਂਜ ਨਾ ਕਰ ਪਾਉਣਾ। ਕਦੋਂ? ਜਦੋਂ ਬਾਹਰੋਂ ਕੋਈ ਬਲ ਨਹੀਂ ਲੱਗ ਰਿਹਾ, ਕਿਉਂਕਿ ਜੇ ਬਾਹਰੋਂ ਬਲ ਲੱਗੂਗਾ ਤਾਂ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰ ਸਕਦਾ? ਰੈਸਟ ਤੋਂ ਮੋਸ਼ਨ 'ਚ ਲੈ ਕੇ ਆ ਸਕਦਾ, ਮੋਸ਼ਨ ਤੋਂ ਰੈਸਟ 'ਚ, ਅਤੇ ਉਹਦੀ ਡਾਇਰੈਕਸ਼ਨ ਵੀ ਚੇਂਜ ਕਰ ਸਕਦਾ। ਸੋ ਆਪਾਂ ਇਹ ਗੱਲ ਕੀਤੀ ਹੈ ਵੀ ਇਨਰਸ਼ੀਆ ਕੀ ਹੈ? ਕਿਸੇ ਵਸਤੂ ਦੀ ਇਨਐਬਿਲਿਟੀ ਹੈ, ਚੇਂਜ ਨਾ ਕਰਨ ਦੀ ਸਮਰੱਥਾ, ਜਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਅਸਮਰੱਥਾ। ਕਿਸੇ ਵਸਤੂ ਦੀ ਅਸਮਰੱਥਾ ਕਿਹਦੇ ਵਿੱਚ? ਆਪਣੀ ਪੋਜੀਸ਼ਨ ਨੂੰ ਚੇਂਜ ਕਰ ਸਕਣਾ। ਕਿਹੜੀ ਪੋਜੀਸ਼ਨ? ਰੈਸਟ ਅਤੇ ਮੋਸ਼ਨ ਦੀ। ਰੈਸਟ ਤਾਂ ਰੈਸਟ ਰਵੇ, ਜੇ ਮੋਸ਼ਨ ਹੈ ਤਾਂ ਮੋਸ਼ਨ 'ਚ ਰਵੇ, ਅਤੇ ਆਪਦੀ ਡਾਇਰੈਕਸ਼ਨ ਨੂੰ ਆਪਣੇ ਆਪ ਨਾ ਚੇਂਜ ਕਰ ਪਾਉਣਾ। ਠੀਕ ਹੈ ਜੀ। ਇਨਰਸ਼ੀਆ ਕਿੰਨੀ ਤਰ੍ਹਾਂ ਦਾ ਹੈ? ਤਿੰਨ ਤਰ੍ਹਾਂ ਦਾ। ਇਨਰਸ਼ੀਆ ਆਫ ਰੈਸਟ, inertia of motion and inertia of direction। ठीक है जी। सो आप की क्या? inability of a body to change its state of rest, motion
एंड डायरैक्शन बाय इटसैल्फ। बाय इटसैल्फ का मतलब अपने आप ना चेंज कर पाना। जेकर एक बुक है, जेकर वो टेबल के उपर पई है तो अपने आप मूव नहीं कर सकती। ठीक है जी। सो नैक्सट आप डिस्कस करते हैं मैजर ऑफ अनर्शिया। किहड़ी चीज़ है जिहड़ी वो अनर्शिया नूं मैजर करती है। देखो बेटे, जटिलता या अनर्शिया ये किस चीज़ पर डिपेंड करती है? ये मास ऑफ द बॉडी पर डिपेंड करती है। ठीक है जी। किहदे ते डिपेंड करती है बेटे? मास ऑफ द बॉडी ते। सो वी कैन से मास इज़ द measure of inertia. More will be the mass of the body, more will be the inertia of the body. ਜਿੰਨੀ ਵਸਤੂ ਭਾਰੀ ਹੋਵੇਗੀ ਉਨੀ ਉਹਦੀ ਆਪਦੀ ਸਟੇਟ ਨੂੰ ਚੇਂਜ ਕਰਨ ਦੀ ਅਸਮਰੱਥਾ ਜ਼ਿਆਦਾ ਹੋਵੇਗੀ। ਦੇਖੋ ਬੇਟੇ, ਜੇਕਰ ਇੱਕ 50 ਗ੍ਰਾਮ ਦਾ ਵੱਟਾ ਪਿਆ ਅਤੇ ਇੱਕ 10 ਕਿਲੋ ਦਾ ਵੱਟਾ ਪਿਆ, ਜੇਕਰ ਅਸੀਂ ਦੋਵਾਂ ਦੇ ਉੱਪਰ ਸੇਮ ਬਲ ਲਗਾਈਏ ਤਾਂ 50 ਗ੍ਰਾਮ ਵਾਲਾ ਵੱਟਾ ਹੈ ਜਿਹੜਾ ਉਹ ਮੂਵ ਕਰ ਜਾਏਗਾ। ਠੀਕ ਹੈ ਜੀ। ਬਟ ਜਿਹੜਾ 5 ਕਿਲੋ ਦਾ ਵੱਟਾ ਹੈ ਉਹ ਮੂਵ ਨਹੀਂ ਕਰੇਗਾ। ਵੱਟਾ ਕਹਿ ਲਓ ਬੋਡੀ, ਮਤਲਬ ਕੋਈ ਵੀ ਬੋਡੀ ਹੈ, ਇੱਕ 50 ਗ੍ਰਾਮ ਦੀ ਬੋਡੀ ਹੈ, ਇੱਕ 5 kg ਦੀ ਬੋਡੀ ਹੈ, ਤਾਂ 5 kg ਦੀ ਬੋਡੀ ਆਪਣੇ ਕੋਲ ਕੀ ਹੈ, ਉਹਨੂੰ ਮੂਵ ਕਰਨਾ ਔਖਾ ਹੈ ਐਜ਼ ਕੰਪੇਅਰ ਟੂ ਦੀ 50 ਗ੍ਰਾਮ ਬੋਡੀ। ਸੋ ਮਾਸ ਜ਼ਿਆਦਾ ਹੋਣ ਕਰਕੇ ਉਹਦੀ ਅਸਮਰੱਥਾ ਵੀ ਕੀ ਹੋਗੀ? ਜ਼ਿਆਦਾ ਹੋ ਗਈ। ਉਹ ਜ਼ਿਆਦਾ ਰਜਿਸਟ ਕਰ ਰਹੀ ਹੈ ਚੇਂਜ ਦੇ ਅਕੋਰਡਿੰਗਲੀ। ਸੋ ਆਪਾਂ ਇੱਥੋਂ ਇਹ ਕਨਕਲੂਜਨ ਕੱਢਿਆ ਵੀ ਜਿਹੜਾ ਮੈਜਰ ਆਫ ਇਨਰਸ਼ੀਆ ਉਹ ਆਪਣੇ ਕੋਲ ਕੀ ਹੈ? ਮਾਸ। ਇਟ ਮੀਨਸ ਬੋਡੀ ਵਿਲ ਰਜਿਸਟ ਮੋਰ। ਰਜਿਸਟ ਮੋਰ ਦਾ ਮਤਲਬ ਚੇਂਜ ਕਰਨ ਨੂੰ ਉਹ ਅਸਮਰੱਥਾ ਸ਼ੋ ਕਰੇਗੀ, ਚੇਂਜ ਨਹੀਂ ਹੋਵੇਗੀ। ਕਿਹਦੇ ਪ੍ਰਤੀ? ਸਟੇਟ ਆਫ ਰੈਸਟ, ਮੋਸ਼ਨ ਐਂਡ ਡਾਇਰੈਕਸ਼ਨ। ਇਨ ਸਿੰਪਲ ਵਰਡਸ, ਮੋਰ ਐਕਸਟਰਨਲ ਅਨਬੈਲੈਂਸਡ ਫੋਰਸ ਵਿਲ ਬੀ ਨੀਡਿਡ ਫॉर दी चेंज ऑफ द स्टेट ऑफ ए बॉडी। ये पॉइंट क्लीयर होया कि नहीं होया बेटे? सो मैजर ऑफ इनर्शिया अपने को की है? मास। ठीक है जी। नैक्सट फस्ट असी डिस्कस करते हैं वट इज़ इनर्शिया ऑफ रैसट। देखो बेटे, इक्को डेफिनेशन याद कर लेना। उनदे विच रैसट, मोशन ते डायरैक्शन है जिहड़े वो शब्द फिट कर देने हैं। ठीक है जी। सो अपने को की है डेफिनेशनस वारी वारी याद करने की लोड़ नहीं हैगी। सो आप देखिए वट इज़ इनर्शिया ऑफ रेस्ट। इट इज़ द इनएबिलिटी ऑफ द बॉडी टू चेंज इट्स स्टेट ऑफ रेस्ट बाय इटसेल्फ विदाउट द एप्लीकेशन ऑफ एक्सटर्नल फोर्स। ठीक है जी। इत्थे दा है बेटे THE। विदाउट द एप्लीकेशन ऑफ एक्सटर्नल फोर्स। जो भी असीं एक्सटर्नल फोर्स की गल कर रहे हैं तो असीं अनबैलेंस्ड फोर्स की ही गल कर रहे हैं। ਇਹਦਾ ਮਤਲਬ ਜੇਕਰ ਕੋਈ ਵਸਤੂ ਰੈਸਟ ਦੇ ਵਿੱਚ ਪਈ ਹੋਈ ਹੈ, ਵਿਰਾਮ ਅਵਸਥਾ ਦੇ ਵਿੱਚ ਪਈ ਹੋਈ ਹੈ, ਜੇਕਰ ਉਹ ਆਪਦੀ ਪੋਜੀਸ਼ਨ ਨੂੰ ਆਪਣੇ ਆਪ ਚੇਂਜ ਨਹੀਂ ਕਰ ਪਾਉਂਦੀ ਤਾਂ ਇਹਦਾ ਮਤਲਬ ਉਹਦੇ ਵਿੱਚ ਕੀ ਹੈ? ਵਿਰਾਮ ਅਵਸਥਾ ਦੀ ਜਟਿਲਤਾ ਹੈ ਜਾਂ ਇਨਰਸ਼ੀਆ ਆਫ ਰੈਸਟ ਹੈ। ਦੇਖੋ ਬੇਟੇ, ਇਹਦੇ 'ਚ ਆਪਣੇ ਕੋਲ ਐਗਜ਼ਾਮਪਲ ਲਈ ਹੋਈ ਹੈ। ਦੇਅਰ ਇਜ਼ ਅ ਗਲਾਸ ਓਵਰ ਵਿਚ ਅ ਕੋਇਨ ਇਜ਼ ਪਲੇਸਡ। ਠੀਕ ਹੈ ਜੀ। ਇਨ ਬਿਟਵੀਨ ਦੀ ਗਲਾਸ ਐਂਡ ਦੀ ਕੋਇਨ ਦੇਅਰ ਇਜ਼ ਅ ਕਾਰਡਬੋਰਡ। ਇੱਕ ਗੱਤੇ ਦਾ ਟੁਕੜਾ ਹੈ। ਜੇਕਰ ਕੋਇਨ ਅਤੇ ਗੱਤੇ ਦੇ ਵਿਚਕਾਰ ਫ੍ਰਿਕਸ਼ਨ ਹੈ, ਜਿਹੜਾ ਰਗੜ ਬਲ ਬਹੁਤ ਜ਼ਿਆਦਾ ਘੱਟ ਹੋਵੇ, ਅਤੇ ਅਸੀਂ ਝਟਕੇ ਦੇ ਨਾਲ ਕੀ ਕਰੀਏ? ਕਾਰਡਬੋਰਡ ਨੂੰ ਖਿੱਚ ਲਈਏ ਤਾਂ ਕੋਇਨ ਆਪਣੇ ਕੋਲ ਕੀ ਹੈ? ਇਟ ਵਿਲ ਫੈਲ ਇਨਟੂ ਦੀ ਗਲਾਸ। ਉਹ ਗਲਾਸ ਦੇ ਵਿੱਚ ਡਿੱਗ ਪੈਂਦਾ। ਕਿਉਂ? ਕਿਉਂਕਿ ਜਿਹੜਾ ਕਾਰਡਬੋਰਡ ਦਾ ਟੁਕੜਾ ਹੈ ਉਹ ਤਾਂ ਗਤੀ ਅਵਸਥਾ ਦੇ ਵਿੱਚ ਆ ਗਿਆ, ਬਟ ਕੋਇਨ ਕਿੱਥੇ ਰਹਿਣਾ ਚਾਹੁੰਦਾ? ਉਹ ਵਿਰਾਮ ਅਵਸਥਾ ਦੇ ਵਿੱਚ ਰਹਿਣਾ ਚਾਹੁੰਦਾ, ਆਪਦੀ ਪੋਜੀਸ਼ਨ ਨੂੰ ਚੇਂਜ ਨਹੀਂ ਕਰਨਾ ਚਾਹੁੰਦਾ। ਠੀਕ ਹੈ ਜੀ। इस करके की है वो फैल डाउन इनटू दी ग्लास। ये पॉइंट क्लीयर होया कि नहीं होया बेटे? ठीक है। इनर्शिया ऑफ रेस्ट। इट इज़ द इनएबिलिटी ऑफ द बॉडी टू चेंज इट्स स्टेट ऑफ रेस्ट बाय इटसैल्फ विदाउट द एप्लीकेशन ऑफ एक्सटर्नल अनबैलेंस्ड फोर्स। कहने का मतलब पंजाबी दे विच साधारण शब्दों च असीं ये गल कह रहे हैं भी ये सारियां सिचुएशन उदों दी हैं जदों बाहरों कोई भी जिहड़ी फोर्स वो बॉडी के उपर नहीं लग रही। ठीक है जी। तो वो फोर्स किस तरह की होनी चाहिए? जी बाहरों लग रही वो अनबैलेंसड होनी चाहिए है। ठीक है जी। इनर्शिया ऑफ रेस्ट। देखो एक अद्धी उदाहरण आप होर देखते हैं दी। लो जी, इनर्शिया ऑफ रेस्ट दे विच अपने कोल की है बेटे? लैट अस टेक अ लेडी इज़ स्टैंडिंग इन अ ट्रेन। उनका आप कंपार्टमेंट का दृश्य लिया होया है। ठीक है जी। ट्रेन इज़ मूविंग इन द डायरैक्शन ऑफ एक्सलरेशन। इस डायरैक्शन दे विच जा रही है। ठीक है जी।
ਆਪਾਂ ਇਹ ਚੀਜ਼ ਸ਼ੋ ਕਰੀਏ, ਮੰਨ ਲਓ ਟ੍ਰੇਨ ਹੈ ਜਿਹੜੀ, ਉਹ ਪਹਿਲਾਂ ਅਸੀਂ ਸਮਝਣ ਦੇ ਲਈ ਕਹੀਏ ਵੀ ਟ੍ਰੇਨ ਹੈ ਜਿਹੜੀ ਮੂਵ ਨਹੀਂ ਕਰ ਰਹੀ, ਵਿਰਾਮ ਅਵਸਥਾ ਦੇ ਵਿੱਚ ਹੈ, ਰੁਕੀ ਹੋਈ ਹੈ। ਜਦੋਂ ਯਕਦਮ ਟ੍ਰੇਨ ਸਟਾਰਟ ਕਰਦੀ ਹੈ ਤਾਂ ਸਾਨੂੰ ਬੈਕਵਰਡ ਜਰਕ ਲੱਗਦਾ, ਝਟਕਾ, ਬੈਕਵਰਡ ਜਰਕ ਲੱਗਦਾ। ਕਿਉਂ ਲੱਗਦਾ? ਦੇਖੋ ਬੇਟੇ, ਜਿਹੜਾ ਲੋਅਰ ਪਾਰਟ ਆਫ ਦੀ ਬਾਡੀ ਹੈ, ਇਟ ਇਜ਼ ਇਨ ਕੰਟੈਕਟ ਵਿਦ ਦੀ ਟ੍ਰੇਨ, ਟ੍ਰੇਨ ਦੇ ਕੰਟੈਕਟ ਦੇ ਵਿੱਚ ਹੈ। ਜਦੋਂ ਟ੍ਰੇਨ ਮੋਸ਼ਨ ਦੇ ਵਿੱਚ ਆਈ ਤਾਂ ਇਹ ਵੀ ਕਿਹਦੇ ਵਿੱਚ ਆ ਗਿਆ? ਮੋਸ਼ਨ। ਠੀਕ ਹੈ ਜੀ। ਬਟ ਅਪਰ ਪਾਰਟ ਆਫ ਦੀ ਬਾਡੀ ਵਿਲ ਟਰਾਈ ਟੂ ਰਿਮੇਨ ਇਨ ਰੈਸਟ ਡਿਊ ਟੂ ਦੀ ਇਨਰਸ਼ੀਆ ਆਫ ਰੈਸਟ। ਇਨਰਸ਼ੀਆ ਆਫ ਰੈਸਟ ਕਰਕੇ ਜਿਹੜਾ ਬਾਡੀ ਹੈ, ਜਿਵੇਂ ਇਹ ਲੇਡੀ ਹੈ, ਇਹਦਾ ਅਪਰ ਪਾਰਟ ਕਿਹਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ? ਵਿਰਾਮ ਅਵਸਥਾ ਦੇ ਵਿੱਚ, ਰੈਸਟ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ, ਜਿਹਦੇ ਕਰਕੇ ਕੀ ਹੈ, ਲੋਅਰ ਪਾਰਟ ਫਾਰਵਰਡ ਡਾਇਰੈਕਸ਼ਨ 'ਚ ਮੂਵ ਕਰ ਜਾਂਦਾ, ਬੈਕਵਰਡ ਪਾਰਟ ਹੈ ਜਿਹੜਾ ਉਹ ਫਸਟਲੀ ਇਨਐਬਿਲਿਟੀ ਸ਼ੋ ਕਰਦਾ, ਜਿਹਦੇ ਕਰਕੇ ਸਾਨੂੰ ਕੀ ਲੱਗਦਾ ਬੇਟੇ? ਬੈਕਵਰਡ ਜਰਕ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਦੂਸਰੀ ਐਗਜ਼ਾਮਪਲ ਦੇਖੋ, ਕਾਰਪੈਟ, ਚਾਦਰ ਝਾੜਦੇ ਹਾਂ ਜਾਂ ਕਾਰਪੈਟ ਦਾ ਇੱਕ ਟੁਕੜਾ ਹੈ ਜਾਂ ਕਾਰਪੈਟ ਨੂੰ ਅਸੀਂ ਝਾੜਦੇ ਹਾਂ ਤਾਂ ਉਹਨੂੰ ਕੀ ਕਰਦੇ ਹਾਂ ਅਸੀਂ? ਡਸਟ ਪਾਰਟੀਕਲ ਨੂੰ ਰਿਮੂਵ ਕਰਨ ਦੇ ਲਈ ਵੀ ਬੀਟ ਇਟ ਵਿਦ ਸਟਿਕ, ਉਹਨੂੰ ਅਸੀਂ ਡੰਡੇ ਨਾਲ ਕੁੱਟਦੇ ਹਾਂ ਜਾਂ ਉਹਨੂੰ ਜ਼ੋਰ-ਜ਼ੋਰ ਦੀ ਝਟਕੇ ਮਾਰਦੇ ਹਾਂ। ਉਹਦੇ ਨਾਲ ਕੀ ਹੁੰਦਾ ਬੇਟੇ? ਕਾਰਪੈਟ ਅਤੇ ਡਸਟ ਪਾਰਟੀਕਲ ਜਿਹੜੇ ਹੁੰਦੇ, ਉੱਪਰ ਡਸਟ ਪਾਰਟੀਕਲ ਪਏ ਹੈ, ਜਦੋਂ ਕਾਰਪੈਟ ਮੋਸ਼ਨ ਦੇ ਵਿੱਚ ਆ ਗਿਆ ਤਾਂ ਡਸਟ ਪਾਰਟੀਕਲ ਕਿੱਥੇ ਰਹਿਣ ਦੀ ਕੋਸ਼ਿਸ਼ ਕਰਨਗੇ? ਰੈਸਟ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਨਗੇ, ਡਿਊ ਟੂ ਇਨਰਸ਼ੀਆ ਆਫ ਰੈਸਟ, ਸੋ ਦੇ ਵਿਲ ਫੈਲ ਡਾਊਨ। ਜਿਹਨੂੰ ਆਪਾਂ ਕਹਿੰਦੇ ਵੀ ਚਾਦਰ ਝਾੜਤੀ ਜਾਂ ਕਾਰਪੈਟ ਨੂੰ ਝਾੜਤਾ, ਬੇਸਿਕਲੀ ਉੱਥੇ ਫਿਨੋਮਨਾ ਆਪਣੇ ਕੋਲ ਕੀ ਲੱਗ ਰਿਹਾ ਹੈਗਾ ਵੀ ਡਸਟ ਪਾਰਟੀਕਲ ਹੈ ਜਿਹੜੇ ਉਹ ਫੈਲ ਡਾਊਨ ਡਿਊ ਟੂ ਇਨਰਸ਼ੀਆ ਆਫ ਰੈਸਟ, ਬਿਕੋਜ਼ ਵੈਨ ਦੀ ਕਾਰਪੈਟ ਇਜ਼ ਜਰਕਡ ਜਾਂ ਮੂਵਡ, ਠੀਕ ਹੈ ਜੀ, ਦੈਨ ਡਸਟ ਪਾਰਟੀਕਲ ਵਿਲ ਟਰਾਈ ਟੂ ਰਿਮੇਨ ਇਨ ਰੈਸਟ, ਸੋ ਦੇ ਵਿਲ ਫੈਲ ਡਾਊਨ। ਉਮੀਦ ਕਰਦੇ ਹਾਂ ਸਮਝ ਲੱਗ ਗਿਆ ਹੋਏਗਾ ਬੇਟੇ। ਠੀਕ ਹੈ ਜੀ, ਇਨਰਸ਼ੀਆ ਆਫ ਰੈਸਟ। ਠੀਕ ਹੈ ਜੀ, ਕਹਿਣ ਦਾ ਮਤਲਬ ਵਸਤੂ ਆ ਜਿਹੜੀ ਰੈਸਟ ਦੇ ਵਿੱਚ ਹੀ ਰਹਿਣਾ ਚਾਹੁੰਦੀ ਹੈ ਜੇ ਬਾਹਰੋਂ ਕੋਈ ਫੋਰਸ ਨਹੀਂ ਲੱਗ ਰਹੀ। ਨੈਕਸਟ ਦੇਖੋ ਬੇਟੇ, ਇਨਰਸ਼ੀਆ ਆਫ ਮੋਸ਼ਨ। ਜਿਵੇਂ ਆਪਾਂ ਪਹਿਲਾਂ ਕਿਹਾ ਵੀ ਡੈਫੀਨੇਸ਼ਨ ਆਪਾਂ ਪਹਿਲਾਂ ਵਾਲੀ ਹੀ ਯਾਦ ਰੱਖਣੀ ਹੈ, ਬਸ ਵਰਡ ਚੇਂਜ ਕਰਦੇ ਜਾਣਾ। ਇਟ ਇਜ਼ ਦੀ ਇਨਐਬਿਲਿਟੀ ਆਫ ਦੀ ਬਾਡੀ ਟੂ ਚੇਂਜ ਦੀ ਸਟੇਟ ਆਫ ਮੋਸ਼ਨ ਬਾਏ ਇਟਸੈਲਫ ਵਿਦਾਊਟ ਦੀ ਐਪਲੀਕੇਸ਼ਨ ਆਫ ਐਕਸਟਰਨਲ ਅਨਬੈਲੈਂਸਡ ਫੋਰਸ। ਜੇਕਰ ਕੋਈ ਵਸਤੂ ਹੈ ਜਿਹੜੀ ਆਪਣੇ ਕੋਲ ਕੀ ਕਰ ਰਹੀ ਹੈ, ਉਹ ਯੂਨੀਫਾਰਮਲੀ ਮੂਵ ਕਰ ਰਹੀ ਹੈ, ਮੋਸ਼ਨ ਦੇ ਵਿੱਚ ਹੈ, ਤਾਂ ਉਹ ਮੋਸ਼ਨ ਦੇ ਵਿੱਚ ਹੀ ਰਹਿਣਾ ਚਾਹੁੰਦੀ ਹੈ, ਉਹ ਰੁਕਦੀ ਨਹੀਂ। ਠੀਕ ਹੈ ਜੀ, ਜੇਕਰ ਬਾਹਰੋਂ ਕੋਈ ਫੋਰਸ ਨਹੀਂ ਲੱਗ ਰਹੀ। ਦੇਖੋ ਬੇਟੇ, ਜਿਵੇਂ ਐਗਜ਼ਾਮਪਲ ਲਈ ਹੈ, ਆਪਣੇ ਕੋਲ ਕੀ ਹੈ ਬੇਟੇ, ਲੈਟ ਅਸ ਟੇਕ ਅ ਪਰਸਨ ਇਜ਼ ਸਿਟਿੰਗ ਇਨ ਏ ਕਾਰ ਔਰ ਏ ਬੱਸ ਵਿਚ ਇਜ਼ ਮੂਵਿੰਗ। ਕੋਈ ਕਾਰ ਜਾਂ ਬੱਸ ਦੇ ਵਿੱਚ ਕੋਈ ਪਰਸਨ ਬੈਠਾ ਹੋਇਆ ਹੈ, ਉਹ ਕਾਰ ਜਾਂ ਬੱਸ ਕੀ ਕਰ ਰਹੀ ਹੈ? ਮੂਵ ਕਰ ਰਹੀ ਹੈ। ਮੰਨ ਲਓ ਉਸ ਕਾਰ ਜਾਂ ਬੱਸ ਦੇ ਸਾਹਮਣੇ ਕੋਈ ਚੀਜ਼ ਆ ਗਈ, ਮੰਨ ਲਓ ਕੋਈ ਐਨੀਮਲ ਆ ਗਿਆ, ਬਫਲੋ ਆ ਗਈ, ਕਾਓ ਆ ਗਈ, ਠੀਕ ਹੈ ਜੀ, ਜਿਸ ਕਰਕੇ ਉਸ ਪਰਸਨ ਨੂੰ ਕੀ ਕਰਨਾ ਪੈ ਗਿਆ? ਸਡਨਲੀ ਬ੍ਰੇਕਸ ਅਪਲਾਈ ਕਰਨੀਆਂ ਪੈ ਗਈਆਂ। ਤਾਂ ਕੀ ਹੋਵੇਗਾ? ਜਿਹੜਾ ਲੋਅਰ ਪਾਰਟ ਆਫ ਦੀ ਬਾਡੀ ਵਿਚ ਇਜ਼ ਇਨ ਕੰਟੈਕਟ ਵਿਦ ਦੀ ਕਾਰ ਵੈਨ ਬ੍ਰੇਕਸ ਵਿਲ ਬੀ ਅਪਲਾਈਡ, ਇਹ ਰੈਸਟ 'ਤੇ ਆ ਜਾਏਗਾ। ਬਟ ਅਪਰ ਪਾਰਟ ਆਫ ਦੀ ਬਾਡੀ ਕਿਹਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੇਗਾ? ਮੋਸ਼ਨ ਦੇ ਵਿੱਚ। ਸੋ ਲੋਅਰ ਪਾਰਟ ਤਾਂ ਉੱਥੇ ਰੁਕ ਜਾਏਗਾ, ਅਪਰ ਪਾਰਟ ਕੀ ਕਰੇਗਾ? ਮੂਵ ਫਾਰਵਰਡ। ਸੋ ਆਪਾਂ ਨੂੰ ਕੀ ਲੱਗੇਗਾ ਬੇਟੇ? ਫਾਰਵਰਡ ਜਰਕ। ਕੀ ਲੱਗੇਗਾ? ਫਾਰਵਰਡ ਜਰਕ। ਝਟਕਾ ਲੱਗੇਗਾ ਅੱਗੇ ਵਾਲੀ ਡਾਇਰੈਕਸ਼ਨ ਦੇ ਵਿੱਚ। ਜਿਵੇਂ ਆਪਾਂ ਆਮ ਤੌਰ 'ਤੇ ਜਦੋਂ ਬੱਸ ਦੇ ਵਿੱਚ ਜਦੋਂ ਸਫ਼ਰ ਕਰ ਰਹੇ ਹੁੰਦੇ ਹਾਂ, ਠੀਕ ਹੈ ਜੀ, ਲੰਬੇ ਸਫ਼ਰ 'ਤੇ ਜਦੋਂ ਆਪਾਂ ਜਾ ਰਹੇ ਹੁੰਦੇ, ਕਈ ਵਾਰੀ ਆਪਾਂ ਨੂੰ ਨੀਂਦ ਆ ਜਾਂਦੀ ਹੈ ਬੱਸ ਦੇ ਵਿੱਚ, ਤਾਂ ਜਦੋਂ ਸਡਨਲੀ ਬ੍ਰੇਕਸ ਅਪਲਾਈ ਕੀਤੀਆਂ ਜਾਂਦੀਆਂ ਤਾਂ ਅਸੀਂ ਗਾਂਹ ਨੂੰ ਝਟਕਾ ਲੈ ਕੇ ਬੱਸ ਦੇ ਵਿੱਚ ਅੱਗੇ ਨੂੰ ਡਿੱਗਦੇ ਹਾਂ। ਉਹ ਇਸੇ ਚੀਜ਼ ਕਰਕੇ ਹੀ, ਕਿਉਂਕਿ ਬ੍ਰੇਕ ਅਪਲਾਈ ਕਰਨ ਕਰਕੇ ਸਾਡਾ ਲੋਅਰ ਪਾਰਟ ਰੈਸਟ ਦੇ ਵਿੱਚ ਆ ਜਾਂਦਾ, ਅਪਰ ਪਾਰਟ ਮੋਸ਼ਨ ਦੇ ਵਿੱਚ ਰਹਿਣਾ ਚਾਹੁੰਦਾ, ਜਿਸ ਕਰਕੇ ਸਾਨੂੰ ਕੀ ਲੱਗਦਾ ਹੈਗਾ? ਫਾਰਵਰਡ ਜਰਕ ਲੱਗਦਾ, ਝਟਕਾ ਲੱਗਦਾ। ਠੀਕ ਹੈ ਜੀ, ਇਹਦੇ ਵਿੱਚ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਸਕਦੇ ਹਾਂ। ਦੇਖੋ ਬੇਟੇ, ਐਥਲੀਟ ਹੈ ਜਿਹਨੇ ਲੌਂਗ ਜੰਪ ਲੈਣਾ ਹੈ, ਉਹ ਜੰਪ ਮਾਰਨ ਤੋਂ ਪਹਿਲਾਂ ਭੱਜਦਾ ਕਿਉਂ ਹੈ? ਬਿਕੋਜ਼ ਜਦੋਂ ਉਹ ਭੱਜੂਗਾ ਬੇਟੇ ਬਹੁਤ ਜ਼ਿਆਦਾ ਫਾਸਟ, ਤਾਂ ਕੀ ਹੋਊਗਾ? ਵੈਨ ਹੀ ਵਿਲ ਬੀ ਔਰ ਸ਼ੀ ਵਿਲ ਬੀ ਇਨ ਏਅਰ, ਤਾਂ ਆਪਣੇ ਕੋਲ ਕੀ ਹੋਊਗਾ? ਅਪਰ ਪਾਰਟ ਆਫ ਦੀ ਬਾਡੀ ਕਿੱਥੇ ਰਹਿਣ ਦੀ ਕੋਸ਼ਿਸ਼ ਕਰੂਗੀ? ਮੋਸ਼ਨ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੂਗੀ ਜਦੋਂ ਉਹ ਜੰਪ ਕਰ ਜੂਗਾ, ਜਿਹਦੇ ਕਰਕੇ ਕੀ ਹੈ? ਉਹ ਲੌਂਗ ਜੰਪ ਲੈ ਸਕੂਗਾ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ। ਨੈਕਸਟ ਦੇਖੋ, ਇਨਰਸ਼ੀਆ ਆਫ ਡਾਇਰੈਕਸ਼ਨ। ਇਨਰਸ਼ੀਆ ਆਫ ਡਾਇਰੈਕਸ਼ਨ,
सेम डेफिनेशन, बस वर्ड किहड़ा इत्थे चेंज कर देना, जिथे रेस्ट लिखिया सी उत्थे मोशन लिखता, हुण उत्ते लिख देना डायरैक्शन। इट इज़ द इनएबिलिटी ऑफ द बॉडी टू चेंज इट्स स्टेट ऑफ डायरैक्शन बाय इटसैल्फ विदाउट द एप्लीकेशन ऑफ एक्सटर्नल अनबैलेंस्ड फोर्स। देखो बेटे डायग्राम दे विच अपने कोले की है, एक स्टोन नूं, ठीक है जी, एक सर्कल दे विच मूव किया जा रहा है, तो इहदे उपर सेंट्रीबिटल फोर्स लग रही है, क्योंकि किसी भी बॉडी नूं एक सर्कल दे विच मूव करना तो सेंट्रीबिटल फोर्स लगती है mv²/r। चलो वो अपना मुद्दा नहीं इत्थे। लैट द बॉडी इज़ मूविंग, ठीक है जी, इन ए क्लॉकवाइज डायरैक्शन। सडनली रोप है जिहड़ी वो ब्रेक्स, टुट जाती है, तो की होऊगा, जिहड़ी डायरैक्शन दे विच बॉडी मूव कर रही होगी एट द टाइम ऑफ ब्रेकिंग, वो उस डायरैक्शन दे विच ही बॉडी की कर जूगी, मूव कर जूगी। मान लो हुण इस डायरैक्शन दे इत्थे थ्रैड टुट जाता, रोप टुट जाती, तो बॉडी इस डायरैक्शन चली जाती, इस डायरैक्शन दे विच थ्रैड टुट जाता, तो बॉडी डाउनवर्ड जा रही सी तो डाउनवर्ड चली जाती। कहने का मतलब बॉडी अपने आप आपकी डायरैक्शन नूं चेंज नहीं कर सकती। ठीक है जी, क्लीयर होया कि नहीं। इनएबिलिटी ऑफ द बॉडी, जिवें मान लो आपां अपने घरां दे विच गलियां दे विच चाकू छुरियां तिखियां करा लो, आउंदे है परसनस, वो ग्राइंडिंग स्टोन के उपर की करते, साइकिल दे विच जां किसी फिक्स करके उन्होंने रोटेट करते क्लॉकवाइज जां एंटी क्लॉकवाइज। जो नाइफ नूं उहदे उपर रखिया जाता है, तो जिहड़ी डायरैक्शन दे विच व्हील मूव कर रहा हुंदा, तो स्पार्क्स उस डायरैक्शन दे विच ही फॉरवर्ड मूव करते हैं। ठीक है जी। या एक होर अपने कोल आपां एग्जाम्पल लै सकते हैं, जिवें गलियां दे विच मड होवे, चिक्कड़ होवे, आपां साइकिल ते स्कूटर ते जां किसी व्हीकल ते जा रहे होईए, तां वो जिहड़ा अपने कोल डस्ट है या मड है, वो फॉरवर्ड डायरैक्शन च अपवर्ड मूव करने की कोशिश करूगा टायर दे नाल। जेकर टायर इस तरह नाल मूव कर रहा, देखो इस डायरैक्शन दे विच, तो जिहड़ा डस्ट पार्टिकल इत्थे है वो इस तरह नाल की है अपवर्ड जाने की कोशिश करेगा। इस चीज़ तो बचन के लिए आपां उपर की लाया हुंदा है, मड गार्ड, ताकि जिहड़ा डस्ट है जां मड है साडे उपर ना पवे। क्लीयर हो गया बेटे। ये सी अपने कोल इनर्शिया ऑफ डायरैक्शन। ठीक है जी। हुण आपां डिस्कस करते हैं न्यूटन फस्ट ला। न्यूटन फस्ट ला डिस्कस करन तो पहला देखो बेटे, ये फिगर दे विच जिहड़े शख्स आपां नूं दिखाई दे रहे हैं, ये न्यूटन ने। ठीक है जी। न्यूटन ने मोशन दे वास्ते तीन जिहड़े है लीनियर मोशन वास्ते तीन है जिहड़े गति के सिद्धांत दिते है। न्यूटन फस्ट लॉ ऑफ मोशन, न्यूटन सैकेंड लॉ ऑफ मोशन एंड न्यूटन थर्ड लॉ ऑफ मोशन। ठीक है जी। टू गिव हिम रिस्पैक्ट, SI यूनिट ऑफ द फोर्स इज आल्सो न्यूटन। जिहड़ा न्यूटन है वो अपने कोल की है SI यूनिट ऑफ फोर्स। ठीक है जी। फस्ट देखो अपने कोले न्यूटन का फस्ट लॉ की कहता है। देखो बेटे, जो न्यूटन का फस्ट लॉ, इनू असी लॉ ऑफ इनर्शिया भी कह दें, इनू असी की कह दें, लॉ ऑफ इनर्शिया, क्योंकि सेम डेफिनेशन इनर्शिया की इत्थे अप्लाई होनी है। की कहता है न्यूटन का फस्ट लॉ, इफ अ बॉडी इज़ इन रेस्ट और मूविंग यूनीफॉर्मली। ठीक है जी। यूनीफॉर्म का मतलब उनकी जी वेलोसिटी है, जी उनकी स्पीड है, वो चेंज नहीं कर रही, तो उनकी एक्सलरेशन जीरो है। एक्सलरेशन जीरो होने के नाल बेटे वही अपना जो कॉन्सैप्ट है, अपन पता फोर्स किंदे बराबर होंदा MA। फोर्स किंदे बराबर होंदा MA। हुण जे A जीरो हो जाएगा तो फोर्स भी की हो जाएगा, जीरो हो जाएगा। ये पॉइंट क्लीयर होया कि नहीं होया बेटे? क्लीयर होया कि नहीं होया बेटे? भी आ शब्द आप क्यों लिखे है? इहदा लिखने का मतलब ये है भी वेलोसिटी कॉन्सटेंट है तो अपने को एक्सलरेशन जीरो होंदी है। जे एक्सलरेशन जीरो है तो फोर्स नहीं लग रहा। जिहड़ा असीं इनर्शिया के केस कहते सी, इट इज़ द इनएबिलिटी ऑफ द बॉडी टू चेंज इट्स स्टेट ऑफ रेस्ट, मोशन एंड डायरैक्शन बाय इटसैल्फ विदाउट द एप्लीकेशन ऑफ एक्सटर्नल अनबैलेंस्ड फोर्स। जदों बाहरों कोई फोर्स नहीं लग रहा। ये सेम डेफिनेशन असीं इत्थे भी फिक्स कर सकते हैं। ठीक है। उससे इनू थोड़ा जिहा मॉडिफाई करके, इफ अ बॉडी इज़ इन रेस्ट और मूविंग यूनीफॉर्मली then it will remain in rest or moves uniformly unless some external unbalanced force is applied। ये उन्ने समय तक की करती रहेगी, मूव करती रहेगी, जिन्ना चਿਰ की नहीं किया जाता उनके ते बाहरों कोई एक्सटर्नल फोर्स अप्लाई नहीं किया जाता। इन सिंपल वर्ड्स, इट विल नॉट चेंज इट्स स्टेट ऑफ रेस्ट, मोशन ऑफ डायरैक्शन बाय इटसैल्फ अनलैस सम एक्सटर्नल फोर्स इज अप्लाइड। सो इस लॉ नूं असीं लॉ ऑफ इनर्शिया इसे करके कह दिंदे, क्योंकि ये डेफिनेशन अपने कोल
ਕਿਹਦੀ ਦੇ ਰਿਹਾ, ਇਨਰਸ਼ੀਆ ਦੀ ਡੈਫੀਨੇਸ਼ਨ ਆਪਣੇ ਕੋਲ ਦੇ ਰਿਹਾ, ਠੀਕ ਹੈ ਜੀ, ਜੇ ਬਾਹਰੋਂ ਕੋਈ ਫੋਰਸ ਨਹੀਂ ਲੱਗ ਰਹੀ ਤਾਂ। ਠੀਕ ਹੈ ਜੀ, ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਜੀ? ਠੀਕ ਹੈ, ਲਓ ਬੇਟੇ ਹੁਣ ਆਪਾਂ ਰਿਵਿਊ ਕਰ ਲੈਂਦੇ ਹਾਂ ਜਿਹੜਾ ਆਪਾਂ ਹੁਣ ਤੱਕ ਡਿਸਕਸ ਕੀਤਾ। ਦੇਖੋ ਬੇਟੇ, ਸਭ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਫੋਰਸ। ਫੋਰਸ ਕੀ ਸੀ? ਇਹ ਉਹ ਏਜੰਟ ਹੈ ਜਿਹੜਾ ਕੀ ਕਰ ਸਕਦਾ ਹੈ, ਕਿਸੇ ਵਸਤੂ ਦੀ ਡਾਇਰੈਕਸ਼ਨ, ਸਟੇਟ, ਠੀਕ ਹੈ ਜੀ, ਚੇਂਜ ਕਰ ਸਕਦਾ ਜਾਂ ਟਰਾਈ ਟੂ ਚੇਂਜ ਕਰ ਸਕਦਾ। ਠੀਕ ਹੈ ਜੀ, ਇਹ ਆਪਾਂ ਡਿਸਕਸ ਕੀਤਾ। ਇਟ ਕੈਨ ਚੇਂਜ ਦੀ ਸਟੇਟ ਆਫ ਰੈਸਟ, ਮੋਸ਼ਨ ਆਫ ਡਾਇਰੈਕਸ਼ਨ ਔਰ ਕੈਨ ਚੇਂਜ ਦੀ ਸ਼ੇਪ। ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਟਾਈਪ ਆਫ ਫੋਰਸਿਸ, ਕੰਟੈਕਟ ਫੋਰਸਿਸ ਅਤੇ ਨੋਨ ਕੰਟੈਕਟ, ਜਿਹੜੀਆਂ ਟੱਚ ਅਤੇ ਵਿਦਾਊਟ ਟੱਚ ਦੇ ਨਾਲ ਇਫੈਕਟ ਬਾਡੀ ਦੇ ਉੱਪਰ ਪ੍ਰੋਡਿਊਸ ਕਰਦੀਆਂ। ਫਿਰ ਬੈਲੈਂਸਡ ਐਂਡ ਅਨਬੈਲੈਂਸਡ। ਬੈਲੈਂਸ ਦੇ ਵਿੱਚ ਕੀ ਸੀਗਾ ਵੀ ਨੈਟ ਇਫੈਕਟ ਫੋਰਸਿਸ ਤਾਂ ਲੱਗ ਰਹੀਆਂ ਦੋ ਜਾਂ ਦੋ ਤੋਂ ਜ਼ਿਆਦਾ, ਪਰ ਉਹਨਾਂ ਦਾ ਨੈਟ ਇਫੈਕਟ ਜ਼ੀਰੋ ਹੈ। ਅਨਬੈਲੈਂਸ ਦੇ ਵਿੱਚ ਕੀ ਹੈ, ਨੈਟ ਇਫੈਕਟ ਜ਼ੀਰੋ ਨਹੀਂ ਹੈਗਾ, ਇੱਕ ਖਾਸ ਦਿਸ਼ਾ ਦੇ ਵਿੱਚ ਜਿਹੜਾ ਬਾਡੀ ਹੈ ਉਹ ਮੂਵ ਕਰਦੀ ਹੈ। ਇਨਰਸ਼ੀਆ ਆਪਾਂ ਹੁਣੇ ਡਿਸਕਸ ਕੀਤਾ, ਇਨਐਬਿਲਿਟੀ ਆਫ ਦੀ ਬਾਡੀ ਟੂ ਚੇਂਜ ਇਟ ਸਟੇਟ ਆਫ ਰੈਸਟ, ਮੋਸ਼ਨ ਐਂਡ ਡਾਇਰੈਕਸ਼ਨ ਬਾਈ ਇਟ ਸੈਲਫ ਡਿਪੈਂਡਿੰਗ ਅਪੋਨ ਦਿਸ। ਤਿੰਨ ਤਰ੍ਹਾਂ ਦਾ ਸੀ, ਇਨਰਸ਼ੀਆ ਆਫ ਰੈਸਟ, ਇਨਰਸ਼ੀਆ ਆਫ ਮੋਸ਼ਨ ਐਂਡ ਇਨਰਸ਼ੀਆ ਆਫ ਡਾਇਰੈਕਸ਼ਨ। ਅਤੇ ਇਨਰਸ਼ੀਆ ਆਫ ਜਿਹੜਾ ਬਾਡੀ ਹੈ ਇਹ ਆਪਣੇ ਕੋਲ ਨਿਊਟਨਸ ਫਸਟ ਲਾ ਨੂੰ ਗਾਂਹ ਜਾ ਕੇ ਰਿਪਰਜੈਂਟ ਕਰਦਾ। ਠੀਕ ਹੈ ਜੀ, ਨਿਊਟਨਸ ਫਸਟ ਲਾ ਔਰ ਲਾ ਆਫ ਇਨਰਸ਼ੀਆ ਸੇਮ ਗੱਲ ਹੈ। ਠੀਕ ਹੈ ਜੀ, ਸੋ ਉਮੀਦ ਕਰਦਾ ਬੇਟੇ ਜੋ ਅੱਜ ਦਾ ਆਪਾਂ ਟੌਪਿਕ ਡਿਸਕਸ ਕੀਤਾ ਤੁਹਾਨੂੰ ਸਮਝ ਆ ਗਿਆ ਹੋਊਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਥੈਂਕਸ ਐਂਡ ਹੈਵ ਏ ਨਾਈਸ ਡੇ।